ਲੱਖ 84 ਜੂਨ ਵਿੱਚ ਉਤਮ ਜੂਨ ਸੋ ਮਾਨਸ ਦੇਹੀ। ਅੱਖੀ ਦੇਖੈ ਨਦਰ ਕਰ ਜਿਹਬਾ ਬੋਲੇ ਬਚਨ ਬਦੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ 84 ਜੂਨ ਵਿੱਚ ਉਤਮ ਜੂਨ ਸੋ ਮਾਨਸ ਦੇਹੀ। ਭਾਈ ਗੁਰਦਾਸ ਜੀ ਤੀਜੀ ਪੌੜੀ ਦੇ ਵਿੱਚ ਮਨੁੱਖਾ ਦੇਹੀ ਜੋ ਫਿਜ਼ੀਕਲ ਫਾਰਮ ਹੈ, ਹਿਊਮਨ ਫਾਰਮ ਜੋ ਹੈ, ਉਸ ਦੇ ਬਾਰੇ ਦੱਸਦੇ ਹਨ ਕਿ ਇਹ ਮਨੁੱਖਾ ਦੇਹੀ ਜਾਂ ਇਹ ਮਨੁੱਖਾਂ ਦੀ ਜਿਹੜੀ ਇਹ ਦੇਹ ਹੈ, ਹਿਊਮਨ ਬੋਡੀ ਜਿਹੜੀ ਹੈ, ਇਸ ਦੀ ਕੀ ਮਹਾਨਤਾ ਹੈ, ਇਹ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ, ਤੇ ਇਹ ਮਨੁੱਖਾ ਦੇਹੀ ਜਿਹੜੀ ਹੈ ਦੂਸਰੀਆਂ ਜੂਨਾਂ ਨਾਲੋਂ ਇਹਨੂੰ ਉੱਤਮ ਕਿਉਂ ਮੰਨਿਆ ਹੈ, ਕਿਉਂ ਇਹ ਦੂਜੀਆਂ ਜੂਨਾਂ ਨਾਲੋਂ ਜਿਹੜੀ ਹੈ ਜ਼ਿਆਦਾ ਸ਼੍ਰੋਮਣੀ ਹੈ, ਕਿਸ ਵਾਸਤੇ ਹੈ। ਇਹ ਸਾਰੀਆਂ ਜਿਹੜੀਆਂ ਹਨ ਭਾਈ ਗੁਰਦਾਸ ਜੀ ਆਪਾਂ ਨੂੰ ਇਹ ਉਪਦੇਸ਼ ਦੇ ਕੇ ਸਮਝਾਉਂਦੇ ਹਨ। ਲੱਖ 84 ਜੂਨ ਵਿੱਚ ਦੇਖੋ, ਲੱਖ 84 ਜੂਨ ਵਿੱਚ ਲੱਖਾਂ ਜਾਂ ਹਨ ਲੱਖ 84 8.4 ਮਿਲੀਅਨ ਸਪੀਸੀਜ਼ ਹਨ ਜੋ ਪਰਮਾਤਮਾ ਨੇ ਬਣਾਈਆਂ ਹਨ। ਸੋ ਲੱਖ 84 ਜਿਹੜੀ ਜੂਨ ਹੈ ਇਹਦੇ ਵਿੱਚ 4 ਖਾਣੀਆਂ ਬਣਦੀਆਂ ਹਨ, ਅੰਡਰਜ, ਜੇਰਜ, ਸੇਤਜ ਤੇ ਉਤਪੁਜ। ਸੋ ਇਹ ਖਾਣੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਹਨ 21 ਲੱਖ ਇੱਕ ਕੈਟੇਗਰੀ ਵਿੱਚ ਆਉਂਦੀ ਹੈ। ਹੁਣ 4 ਕੈਟੇਗਰੀਆਂ ਬਣ ਗਈਆਂ ਹਨ, 4 ਹਿੱਸੇ ਬਣ ਗਏ। ਅੰਡਿਆਂ ਤੋਂ ਪੈਦਾ ਹੋਣ ਵਾਲੀ, ਜੇਰਜ ਤੋਂ ਪੈਦਾ ਕਰਨ ਹੋਣ ਵਾਲੀ ਸ੍ਰਿਸ਼ਟੀ, ਤੇ ਜਿਹੜੀਆਂ ਹਨ ਉਤਪੁਜ, ਜਿਹੜਾ ਜੇਰਜ, ਇਹ ਸਾਰੀਆਂ ਜਿਹੜੀਆਂ ਹਨ ਇਹ ਜੂਨਾਂ ਜਿਹੜੀਆਂ ਹਨ 21 ਲੱਖ ਹਨ। ਇਹਨਾਂ ਨੂੰ ਇਸ ਤਰ੍ਹਾਂ ਦਾ ਡਿਵੀਜ਼ਨ ਕੀਤਾ ਹੋਇਆ ਹੈ। ਫਿਰ ਜਿਹੜਾ ਹੈ 2.1 ਮਿਲੀਅਨ ਈਚ ਟਾਈਪ ਆਫ ਜਿਹੜੀ ਹੈ ਸਪੀਸੀਜ਼ ਹੈ, ਜੋ ਰੈਪਟੀਲੀਅਸ ਹਨ, ਮੈਮਾਲੀਅਸ ਹਨ, ਇਹ ਸਾਰੇ ਜਿਹੜੇ ਹਨ। ਤੇ ਅੱਗੇ ਜੇ ਆਪਾਂ ਚੱਲ ਕੇ ਦੇਖੀਏ ਤਾਂ ਜਿਹੜਾ ਹਨ 42 ਲੱਖ ਜੂਨ ਧਰਤੀ ਦੇ ਉੱਤੇ ਰਹਿੰਦੀ ਹੈ ਤੇ 42 ਲੱਖ ਜਿਹੜੀ ਹੈ ਪਾਣੀ ਵਿੱਚ ਹੈ। 4.2 ਮਿਲੀਅਨ ਜਿਹੜੀ ਹੈ ਸਰਫੇਸ ਦੇ ਉੱਤੇ ਰਹਿੰਦੀ ਹੈ ਤੇ 4.2 ਜਿਹੜੀ ਹੈ ਪਾਣੀ ਦੇ ਵਿੱਚ ਰਹਿੰਦੀ ਹੈ ਜੂਨ। ਸੋ ਇਸ ਤਰ੍ਹਾਂ ਕਰਕੇ ਪਰਮਾਤਮਾ ਨੇ ਇਹ 84 ਲੱਖ ਜੂਨ 8.4 ਮਿਲੀਅਨ ਸਪੀਸੀਜ਼ ਇਹ ਸੰਸਾਰ 'ਚ ਪੈਦਾ ਕੀਤੀਆਂ ਹਨ। ਪਰ ਇੱਥੇ ਜਿਹੜਾ ਹਨ ਗੁਰੂ ਸਾਹਿਬ ਜੀ ਜਿਹੜੇ ਨੰਬਰਸ ਆਪਾਂ ਨੂੰ ਦੇ ਰਹੇ ਹਨ, ਇਹ ਨੰਬਰਸ ਜਿਹੜੇ ਹਨ ਇਹ ਅਜੇ ਤੱਕ ਸਾਇੰਟਿਸਟ ਨੂੰ ਪੂਰੇ ਨਹੀਂ ਲੱਭੇ। ਉਹਨਾਂ ਨੂੰ ਤਾਂ ਅੱਧੇ ਵੀ ਨਹੀਂ ਇਹਨਾਂ ਤੋਂ ਲੱਭੇ ਹਜੇ। ਉਹਨਾਂ ਨੂੰ ਤਾਂ ਜਿਹੜੀਆਂ ਹਨ ਸਪੀਸੀਜ਼ ਜਿਹੜੀਆਂ ਉਹਨੂੰ ਹੁਣ ਤੱਕ ਇਹਨਾਂ ਨੂੰ ਮਿਲੀਆਂ ਹਨ ਬਹੁਤ ਥੋੜ੍ਹੀਆਂ ਹਨ। ਸੋ ਇਸ ਪ੍ਰਕਾਰ ਕਰਕੇ ਇਹ ਜਿਹੜੀਆਂ ਜੂਨਾਂ ਹਨ, ਦੇਖੋ ਅੱਗੇ ਕਿੰਨੀ ਰਿਸਰਚ ਸਾਇੰਸ ਜਿਹੜੀ ਹੈ ਹਜੇ ਕਿੰਨੀ ਪਿੱਛੇ ਰਹੀ ਹੋਈ ਹੈ। ਆਪਾਂ ਕਈ ਵਾਰੀ ਸੋਚਦੇ ਹਾਂ ਸਾਇੰਸ ਬਹੁਤ ਅੱਗੇ ਹੋ ਗਈ, ਪਰ ਅਸਲ ਵਿੱਚ ਨਹੀਂ। ਜਿੱਥੇ ਪਰਮਾਤਮਾ ਨੇ ਇਸ ਸੰਸਾਰ ਨੂੰ ਜਿਵੇਂ ਬਣਾਇਆ ਹੈ, ਉਸ ਸੰਸਾਰ ਨੂੰ ਸਮਝਣ ਵਾਸਤੇ ਬਹੁਤ ਹੀ ਪਰੇ ਤੋਂ ਪਰੇ ਹਜੇ ਰਿਸਰਚ ਕਰਨੀਆਂ ਪੈਣਗੀਆਂ। ਹਜੇ ਬਹੁਤ ਹੀ ਥੋੜਾ ਇਨਸਾਨ ਸਮਝਿਆ ਹੈ ਸਾਇੰਸ ਦੇ ਤਰੀਕੇ ਦੇ ਨਾਲ ਇਸ ਸੰਸਾਰ ਨੂੰ। ਸੋ ਇੱਥੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਉਤਮ ਜੂਨ ਸੋ ਮਾਨਸ ਦੇਹੀ। ਕਹਿੰਦੇ ਕਿ ਸਭ ਤੋਂ ਉੱਤਮ ਜੂਨ ਜਿਹੜੀ ਹੈ ਇਹ 84 ਲੱਖ ਜੂਨਾਂ ਦੇ ਵਿੱਚੋਂ ਇੱਕੋ ਜੂਨ ਜਿਹੜੀ ਸਭ ਤੋਂ ਸ਼੍ਰੋਮਣੀ ਹੈ, ਸਭ ਤੋਂ ਸੁਪਰੀਮ ਹੈ, ਉਹ ਹੈ ਮਾਨਸ ਦੇ। ਇਹ ਦੇ ਜਿਹੜੀ ਹੈ, ਜਿਸ ਤਰ੍ਹਾਂ ਸਤਿਗੁਰੂ ਜੀ ਨੇ ਵੀ ਬਿਆਨ ਕੀਤਾ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਕਿਉਂ ਇਹਨੂੰ ਵੱਡਾ ਮੰਨਿਆ ਹੈ? ਕਿਉਂਕਿ ਇਸ ਜੂਨ ਦੇ ਵਿੱਚ ਹੀ ਜਿਹੜੀਆਂ ਹਨ ਪਰਮਾਤਮਾ ਦੀ ਪ੍ਰਾਪਤੀ ਹੈ। ਸੋ ਇਹ ਕਿਸ ਤਰ੍ਹਾਂ ਹੈ, ਇਹ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾਉਂਦੇ ਹਨ। ਅੱਖੀ ਦੇਖੈ ਨਜ਼ਰ ਕਰ। ਦੇਖੋ, ਇਹ ਜੂਨ ਦੇ ਵਿੱਚ ਆਪਣੇ ਕੋਲ ਅੱਖਾਂ ਹਨ, ਅੱਖਾਂ ਨਾਲ ਆਪਾਂ ਦੇਖਦੇ ਹਾਂ, ਤੇ ਅੱਖਾਂ ਦੇ ਨਾਲ ਦੇਖ ਕੇ ਜਿਹੜਾ ਮਨ ਹੈ, ਆਪਣੀ ਬੁੱਧੀ ਹੈ, ਅੱਗੇ ਇਸ ਨੂੰ ਜਿਹੜਾ ਕੰਟੈਂਪਲੇਟ ਕਰਦੇ ਹਨ, ਇਹਦਾ ਵਿਚਾਰ ਕਰਦੇ ਹਨ, ਇਹਨੂੰ ਸਮਝਦੇ ਹਨ। ਅੱਖਾਂ ਆਪਣੇ ਤਰੀਕੇ ਨਾਲ ਸ੍ਰਿਸ਼ਟੀ ਨੂੰ ਦੇਖਦੀ ਹੈ ਤੇ ਆਪਣੇ ਤਰੀਕੇ ਦੇ ਨਾਲ ਫਿਰ ਇਹਨੂੰ ਸਮਝਿਆ ਜਾਂਦਾ ਹੈ। ਹੁਣ ਦੇਖਣ ਵਾਲੀ ਜਿਹੜੀ ਸ੍ਰਿਸ਼ਟੀ ਹੈ ਉਹ ਵੀ ਜਿਹੜੇ ਉਹਦਾ ਕਨੈਕਸ਼ਨ ਆਪਣਾ ਬਣਦਾ ਹੈ, ਕਿਉਂਕਿ ਆਪਣੇ ਸਰੀਰ ਦੇ ਵਿੱਚ 5 ਗਿਆਨ ਇੰਦਰੀ ਹਨ। 5 ਗਿਆਨ ਇੰਦਰੀਆਂ ਵਿੱਚੋਂ ਅੱਖਾਂ ਹਨ, ਕੰਨ ਹਨ, ਨੱਕ ਹੈ,
ਜੀਭ ਹੈ ਤੇ ਚਮੜੀ ਹੈ। ਸੋ ਇਹ ਪੰਜ ਨੇ। ਸੋ ਇਹ ਪੰਜ ਜਿਹੜੇ ਗਿਆਨ ਇੰਦਰੀ ਇਹ ਆਪਣਾ ਕਨੈਕਸ਼ਨ ਹੈ ਇਹ ਫਿਜ਼ੀਕਲ ਵਰਲਡ ਦੇ ਨਾਲ। ਸੋ ਭਾਈ ਗੁਰਦਾਸ ਜੀ ਕਹਿੰਦੇ ਦੇਖੋ ਅੱਖਾਂ ਦੇ ਨਾਲ ਆਪਾਂ ਸ੍ਰਿਸ਼ਟੀ ਨੂੰ ਦੇਖਦੇ ਹਾਂ, ਜਿਹਬਾ ਬੋਲੇ ਬਚਨ ਬਦੇਹੀ। ਤੇ ਜਿਹੜੀਆਂ ਇਹ ਜੀਭ ਹੈ, ਜੀਭ ਜਿਹੜੀ ਹੈ ਇਹ ਦੋ ਕੰਮ ਕਰਦੀ ਹੈ। ਇੱਕ ਤਾਂ ਇਹ ਟੇਸਟ ਲੈਂਦੀ ਹੈ, ਦੂਸਰਾ ਇਹ ਜੀਭ ਦੇ ਨਾਲ ਆਪਾਂ ਬੋਲਦੇ ਹਾਂ। ਆਪਣੀ ਬੋਲਣ ਦੀ ਸ਼ਕਤੀ, ਸਪੀਕਿੰਗ ਦੀ ਜਿਹੜੀ ਹੈ ਸ਼ਕਤੀ ਇਹ ਆਉਂਦੀ ਹੈ। ਸੋ ਇਹ ਜਿਹੜੀ ਵਚਨ ਬੋਲਣ ਵਾਲੀ ਜਿਹੜੀ ਹੈ ਇਹ ਜਿਹਬਾ ਹੈ, ਇਹ ਜੀਭ ਹੈ। ਪਰ ਕਹਿੰਦੇ ਇਹ ਜਿਹੜੇ ਹਨ ਲਿੰਗ ਸਰੀਰ ਜਿਹੜਾ ਆਪਣਾ ਅੰਦਰ ਹੁੰਦਾ ਹੈ ਨਾ, ਸੂਖਸ਼ਮ ਸਰੀਰ ਹੋਇਆ, ਚਾਹੇ ਆਪਣੇ ਅੰਦਰੋਂ ਜਿਹੜਾ ਹਨ ਕਾਰਨ ਸਰੀਰ ਹੈ, ਉਸ ਤੋਂ ਅੱਗੇ ਜਿਹੜੀ ਆਤਮਾ ਹੈ। ਹੁਣ ਇਹ ਜੀਭ ਜਿਹੜੀ ਹੈ ਅੰਦਰ ਦੇ ਹਾਲਾਤ ਨੂੰ ਇਹ ਬਿਆਨ ਕਰਦੀ ਹੈ। ਹੁਣ ਦੇਖੋ ਅੱਖਾਂ ਜਿਹੜੀਆਂ ਸਨ ਉਹ ਬਾਹਰਲੇ ਜਿਹੜੇ ਹਨ ਦ੍ਰਿਸ਼ਟ ਨੂੰ ਦੇਖਦੀਆਂ ਹਨ, ਉਹਨੂੰ ਸਮਝਦੀਆਂ ਹਨ। ਇਹ ਜੀਭ ਜਿਹੜੀ ਹੈ ਆਪਣੇ ਅੰਦਰ ਦੇ ਜਿਹੜੇ ਫੁਰਨਿਆਂ ਨੂੰ ਬਿਆਨ ਜਿਹੜੀਆਂ ਹਨ ਇੱਕ ਲੈਂਗੁਏਜ ਵਿੱਚ ਪਾ ਕੇ, ਇੱਕ ਵਰਡ, ਇੱਕ ਲਫ਼ਜ਼ਾਂ ਦੇ ਵਿੱਚ ਪਾ ਕੇ ਇਹਨੂੰ ਆਪਾਂ ਬੋਲਦੇ ਹਾਂ, ਜਿਹਦੇ ਕਰਕੇ ਆਪਾਂ ਆਪਣੀ ਹਾਲਾਤ ਨੂੰ ਕਿਸੇ ਨੂੰ ਦੱਸ ਸਕਦੇ ਹਾਂ। ਸੋ ਇੱਥੇ ਦੇਖੋ ਅੱਖਾਂ ਬਾਹਰਲੀ ਚੀਜ਼ ਨੂੰ ਸਿਰਫ ਦੇਖਦੀਆਂ ਹਨ, ਜੀਭ ਬੋਲ ਕੇ ਦੱਸਣ ਵਾਲੀ ਹੈ। ਸੋ ਦੇਖੋ ਹੁਣ ਕਨੈਕਸ਼ਨ ਕਿਵੇਂ ਹੋਇਆ, ਜੋ ਅੱਖਾਂ ਨੇ ਦੇਖਿਆ ਉਹ ਜੀਭ ਨੇ ਬੋਲ ਕੇ ਦੱਸਿਆ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹਨ ਇਹ ਸਾਰੀ ਜਿਹੜੀ ਦੇਹੀ ਹੈ ਇਹ ਬਹੁਤ ਇੱਕ ਕੰਪਲੈਕਸ ਜਿਹੜਾ ਹਨ ਇੱਕ ਕ੍ਰੀਏਸ਼ਨ ਹੈ ਪਰਮਾਤਮਾ ਦੀ, ਜਾਂ ਕੰਪਲੀਟ ਜਿਹੜੀ ਹੈ ਇੱਕ ਐਸੀ ਰਚਨਾ ਸਤਿਗੁਰਾਂ ਨੇ ਇੱਕ ਸਰੀਰ ਵਿੱਚ ਪਾਈ ਹੈ, ਜੋ ਬ੍ਰਹਮੰਡੇ ਸੋਈ ਪਿੰਡੇ। ਤੇ ਇੱਥੋਂ ਤੱਕ ਵੀ ਗੁਰਬਾਣੀ ਨੇ ਕਿਹਾ ਹੈ ਕਿ ਜੋ ਬ੍ਰਹਮੰਡ ਦੇ ਵਿੱਚ ਹੈ ਉਹ ਤੇਰੇ ਸਰੀਰ ਦੇ ਵਿੱਚ ਹੈ। ਇਹ ਸਰੀਰ ਹੀ ਸਾਰਾ ਬ੍ਰਹਮੰਡ ਦਾ ਰੂਪ ਹੈ। ਇਸ ਪ੍ਰਕਾਰ ਕਰਕੇ ਪਰਮਾਤਮਾ ਦੀ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੈ ਇਸ ਤਰ੍ਹਾਂ ਦੀ ਹੈ, ਜਿਸ ਨੂੰ ਸਮਝਣ ਵਾਸਤੇ ਭਾਵੇਂ ਮੈਡੀਕਲ ਸਾਇੰਸ ਜਿੰਨਾ ਮਰਜ਼ੀ ਰਿਸਰਚ ਕਰੀ ਜਾਵੇ ਇਹ ਫਿਰ ਵੀ ਅੱਗੇ ਤੋਂ ਅੱਗੇ ਹੀ ਰਹੇਗੀ। ਕੰਨੀ ਸੁਣਦਾ ਸੁਰਤ ਕਰ। ਦੇਖੋ ਫਿਰ ਕੰਨਾਂ ਨਾਲ ਆਪਾਂ ਸੁਣਦੇ ਹਾਂ, ਤੇ ਸੁਣਦੇ ਵੀ ਕਿਸ ਤਰ੍ਹਾਂ ਹਾਂ। ਦੇਖੋ ਕੰਨ ਜਿਹੜੇ ਨੇ ਭਾਵੇਂ ਲੱਗੇ ਹੋਏ ਨੇ, ਪਰ ਜਦੋਂ ਆਪਾਂ ਕੁਝ ਸੁਣਨਾ ਹੋਵੇ ਤਾਂ ਸੁਰਤੀ ਨੂੰ ਜੋੜਨਾ ਪੈਂਦਾ ਹੈ, ਕਨਸੈਂਟਰੇਟ ਥੋੜਾ ਜਿਹਾ ਕਰਨਾ ਪੈਂਦਾ ਸੁਣਨ ਵਾਸਤੇ। ਨਹੀਂ ਤਾਂ ਬੰਦਾ ਜਿਹੜਾ ਹੈ ਕੰਨ ਭਾਵੇਂ ਲੱਗੇ ਹੋਏ ਹਨ, ਜੇ ਉਹਦੀ ਸੁਰਤੀ, ਉਹਦਾ ਖਿਆਲ ਹੋਰ ਕਿਸੇ ਗੱਲ ਵਿੱਚ ਚਲਿਆ ਜਾਂਦਾ ਹੈ ਤਾਂ ਉਹ ਗੱਲਾਂ ਜਿਹੜੀਆਂ ਹੋ ਰਹੀਆਂ ਹਨ ਉਹਨੂੰ ਸਮਝ ਵੀ ਨਹੀਂ ਪੈਂਦੀ। ਭਾਵੇਂ ਉਹਦੇ ਕੰਨਾਂ ਵਿੱਚ ਉਹ ਆਵਾਜ਼ ਪੈ ਰਹੀ ਹੈ ਪਰ ਉਹਨੂੰ ਖਿਆਲ ਨਹੀਂ ਦੇ ਰਿਹਾ। ਸੋ ਇਸ ਕਰਕੇ ਕਹਿੰਦੇ ਦੇਖੋ ਹੁਣ ਕੰਨਾਂ ਨੂੰ ਸੁਣਨ ਵਾਸਤੇ ਸੁਰਤੀ ਨੂੰ ਜੋੜਨਾ ਜ਼ਰੂਰੀ ਹੈ, ਥੋੜਾ ਜਿਹਾ ਕਨਸੈਂਟਰੇਟ ਕਰਕੇ ਬੰਦੇ ਨੂੰ ਸੁਣਨਾ ਪੈਂਦਾ। ਦੂਸਰਾ ਕੰਨ ਇਹ ਹਨ, ਹੁਣ ਜਿਵੇਂ ਆਵਾਜ਼ ਦੇ ਵਿੱਚ, ਸਾਊਂਡ ਦੇ ਵਿੱਚ ਐਂਪਲੀਟਿਊਡ ਹੁੰਦਾ ਹੈ, ਫ੍ਰੀਕੁਐਂਸੀ ਹੁੰਦੀ ਹੈ। ਸੋ ਇਹ ਜਿਹੜਾ ਹੈ, ਇਹ ਜਿਹੜੀ ਆਵਾਜ਼ ਹੁੰਦੀ ਹੈ ਇਹ ਜਿਹੜੀ ਹਨ ਮੋਡੂਲੇਸ਼ਨ ਹੈ, ਇਹ ਉੱਚੀ ਨੀਵੀਂ ਹੁੰਦੀ ਹੈ ਤੇ ਇਹ ਹਮੇਸ਼ਾ ਹੀ ਬਦਲਦੀ ਹੈ। ਇਹਦੇ ਟੋਨ ਬਦਲਦੇ ਹਨ, ਇਹਦੇ ਟਿਊਨਸ ਬਦਲਦੇ ਹਨ, ਇਹਦੀ ਜਿਹੜਾ ਹਨ ਇਹ ਰਿਦਮ ਜਿਹੜੇ ਹੁੰਦੇ ਨੇ ਉਹ ਵੀ ਬਦਲਦੇ ਨੇ। ਕੰਨ ਹਰ ਇੱਕ ਚੀਜ਼ ਨੂੰ ਸੁਣਦਾ ਤੇ ਸਮਝਦਾ ਹੈ। ਇਸ ਕਰਕੇ ਭਾਵੇਂ ਜਿਹੜਾ ਹਨ ਦੁਨੀਆ ਵਿੱਚ ਭਾਵੇਂ ਡੋਲਬੀ ਸਿਸਟਮ ਬਣ ਜਾਂਦੇ ਨੇ, ਸਾਊਂਡ ਸਿਸਟਮਸ ਜਿਹੜੇ ਨੇ ਉਹ ਜਿਹੜੇ 3D ਜਿਹੜੇ ਹਨ 4D ਜਿਹੜੇ ਹਨ ਸਾਊਂਡ ਸਿਸਟਮ ਬਣਦੇ ਨੇ, ਪਰ ਇਹ ਕੰਨ ਦੇਖੋ ਪਰਮਾਤਮਾ ਦੀ ਰਚਨਾ ਐਸੀ ਹੈ, ਇਹ ਹਰ ਇੱਕ ਚੀਜ਼ ਨੂੰ ਜਿਹੜਾ ਹਨ ਸੁਣਨ ਵਿੱਚ ਸਮਰੱਥ ਹੈ। ਇਹ ਫਿਰ ਸੁਣ ਕੇ ਇਹ ਵੀ ਇਹਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਕੌਣ ਬੋਲ ਰਿਹਾ ਹੈ। ਉਹ ਮੈਮਰੀ ਵੀ ਅੰਦਰ ਰਹਿ ਜਾਂਦੀ, ਸੁਰਤੀ ਦੇ ਵਿੱਚ ਉਹ ਚੀਜ਼ ਜਿਹੜੀ ਹੈ ਜਿਹੜੇ ਹਨ ਉਹ ਆਵਾਜ਼ ਨੂੰ ਚੇਤੇ ਵੀ ਰੱਖਦੀ ਹੈ ਵੀ ਇਹ ਆਵਾਜ਼ ਇਸ ਬੰਦੇ ਦੀ ਹੈ, ਇਹ ਆਵਾਜ਼ ਇਸ ਜਾਨਵਰ ਦੀ ਹੈ, ਇਹ ਆਵਾਜ਼ ਇਸ ਪੰਛੀ ਦੀ ਹੈ। ਸੋ ਇਸ ਪ੍ਰਕਾਰ ਕਰਕੇ ਦੇਖੋ ਕਿੰਨਾ ਇਹ ਕੰਪਲੈਕਸ ਕੰਮ ਹੈ ਗੁਜਰਾ ਹਨ। ਪਰ ਕਹਿੰਦੇ ਸੁਰਤੀ ਨੂੰ ਜੋੜਨਾ ਜ਼ਰੂਰੀ ਹੈ। ਜਿੱਥੇ ਸੁਰਤੀ ਜੁੜਦੀ ਹੈ ਉਹੀ ਆਵਾਜ਼ ਸਮਝ ਪੈਂਦੀ ਹੈ ਤੇ ਉਹੀ ਆਵਾਜ਼ ਦਾ ਆਨੰਦ ਮਾਣਿਆ ਜਾ ਸਕਦਾ ਹੈ। ਵਾਸ ਲਏ ਨਕ ਸਾਸ ਸਨੇਹੀ। ਹੁਣ ਜਿਹੜਾ ਨੱਕ ਹੈ, ਹੁਣ ਨੱਕ ਜਿਹੜਾ ਹੈ, ਨੋਸ ਜਿਹੜਾ ਹੈ, ਇਹ ਜਿਹੜਾ ਹੈ ਲਏ ਨੀਕ ਸਾਸ ਸਨੇਹੀ। ਹੁਣ ਇਹ ਵਾਸ਼ਨਾ ਲੈਂਦਾ ਹੈ, ਇਹ ਸੁੰਘਣ ਦਾ ਕੰਮ ਕਰਦਾ ਹੈ। ਸੋ ਇਹ ਸੁੰਘਣ ਜਦੋਂ ਇਹ ਸਮੈਲ ਲੈਂਦਾ ਹੈ, ਇਹ ਦੇਖ ਲੈਂਦਾ ਹੈ ਵੀ ਇਹ ਫ੍ਰੈਗਨੈਂਸ ਆ ਜਾਂ ਕੋਈ ਜਿਹੜੀ ਭੈੜੀ ਬਦਬੂ ਸਮੈਲ ਹੈ। ਸੋ ਇਹ ਜਿਹੜਾ ਹਨ ਇਹਦੇ ਵਿੱਚ ਵੀ ਉਹ ਵਿਤਕਰਾ ਕਰਦਾ ਹੈ। ਸੁੰਘਣ ਨਾਲ ਪਤਾ ਲੱਗ ਜਾਂਦਾ ਕਿਹੜੇ ਫੁੱਲ ਦੀ ਇਹ ਵਾਸ਼ਨਾ ਹੈ, ਕਿਹੜੀ ਵਸਤੂ ਦੀ ਇਹ ਵਾਸ਼ਨਾ ਹੈ, ਉਹਦਾ ਵੀ ਪਤਾ ਲੱਗ ਜਾਂਦਾ ਹੈ। ਸੋ ਇਸ ਪ੍ਰਕਾਰ ਇਹ ਵਾਸ ਲਈਏ ਨਿਕ ਸਾਸ ਸਨੇਹੀ, ਤੇ ਫਿਰ ਜਿਹੜਾ ਹਨ ਸਨੇਹੀ ਪਿਆਰੇ ਦੀ ਵਾਸ਼ਨਾ ਉਹ ਵੀ ਆ ਜਾਂਦੀ ਹੈ, ਜਿਵੇਂ ਮਾਂ ਆਪਣੇ ਬੱਚੇ ਨੂੰ ਵਾਸ਼ਨਾ ਨਾਲ ਜਿਹੜਾ ਹਨ ਜਾਣ ਲੈਂਦੀ ਹੈ। ਸੋ ਜਿਵੇਂ ਹੁਣ ਗਾਈਆਂ ਮੱਝਾਂ ਹੁੰਦੀਆਂ ਨੇ ਜਾਂ ਹੋਰ ਕੋਈ ਜਾਨਵਰ ਨੇ, ਦੇਖੋ ਆਪਣੇ ਉਹ ਨੱਕ ਦੇ ਸਮੈਲ ਦੇ ਨਾਲ
ਉਹ ਵਾਸ਼ਨਾ ਲੈ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਬਛੜਾ ਜਾਂ ਪਰਾਏ ਦਾ ਹੈ। ਸੋ ਇਹ ਜਿਹੜੀ ਹਨ ਸਾਰੀ ਸ਼ਕਤੀ ਨੂੰ ਪਰਮਾਤਮਾ ਨੇ ਇਹ ਮਨੁੱਖ ਦੇਹੀ ਵਿੱਚ ਪਾ ਕੇ ਇਸ ਨੂੰ ਇੱਕ ਸਨੇਹੀ ਬਣਾਇਆ। ਹੁਣ ਦੇਖੋ ਬਦਬੂ ਕਿਸੇ ਨੂੰ ਚੰਗੀ ਨਹੀਂ ਲੱਗਦੀ, ਖੁਸ਼ਬੂ ਚੰਗੀ ਲੱਗਦੀ ਹੈ। ਸੋ ਖੁਸ਼ਬੂ ਦੇ ਸਨੇਹੀ ਬਣਾ ਕੇ ਹਰ ਇੱਕ ਦੇ ਨਾਲ ਜਿਹੜਾ ਹੈ ਇਹ ਵੀ ਇੱਕ ਆਨੰਦ ਹੈ, ਇਹ ਵੀ ਇੱਕ ਜਿਹੜਾ ਜਿਵੇਂ ਆਰੋਮਾ ਥੈਰੇਪੀ ਅੱਜ ਕੱਲ੍ਹ ਤੁਰੀ ਹੈ, ਉਹਦੇ ਨਾਲ ਕੀ ਹੁੰਦਾ ਹੈ ਘਰ ਦਾ ਵਾਤਾਵਰਨ ਲੋਕ ਬਦਲਦੇ ਨੇ, ਆਫਿਸ ਦਾ ਵਾਤਾਵਰਨ ਬਦਲਿਆ ਜਾਂਦਾ ਹੈ। ਗੁਰਦੁਆਰੇ ਦੇ ਵਿੱਚ ਜਿਵੇਂ ਸਤਿਗੁਰਾਂ ਦਾ ਇਹ ਹੁਕਮ ਹੀ ਹੈ ਕਿ ਗੁਰਦੁਆਰੇ ਦੇ ਵਿੱਚ ਹਮੇਸ਼ਾ ਹੀ ਜਿਹੜੀ ਵਾਸ਼ਨਾ ਹੋਣੀ ਚਾਹੀਦੀ ਹੈ, ਧੂਫ ਦੀ ਜਿਹੜਾ ਹਨ ਜੋਤ ਜਗਾਉਣੀ ਚਾਹੀਦੀ ਆ ਘਿਓ ਦੀ, ਕਿਉਂਕਿ ਇਹ ਵਾਸ਼ਨਾ ਹੈ ਨਾ, ਇਹਨੇ ਐਨਵਾਇਰਨਮੈਂਟ ਨੂੰ ਪੈਦਾ ਕਰਨਾ ਹੈ, ਇਹਨੇ ਜਿਹੜਾ ਹਨ ਸੂਦਿੰਗ ਜਿਹੜਾ ਹੈ ਐਨਵਾਇਰਨਮੈਂਟ ਉਹਨੂੰ ਪੈਦਾ ਕਰਨਾ ਹੈ, ਜਿਹਦੇ ਕਰਕੇ ਸਤਿਗੁਰਾਂ ਦੀ ਪਰਮੇਸ਼ਰ ਦੀ ਭਗਤੀ ਹੋ ਸਕੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਵੇਂ ਅੱਡ-ਅੱਡ ਫੰਕਸ਼ਨ ਕਰਦੀਆਂ ਨੇ, ਪਰ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਆਸਰਾ ਲੈ ਕੇ ਇਨਸਾਨ ਨੇ ਭਗਤੀ ਵੱਲ ਚੱਲਣਾ ਹੈ। ਹੱਥੀ ਕਿਰਤ ਕਮਾਵਣੀ। ਹੁਣ ਇਹ ਕਰਮ ਇੰਦਰੀ ਨੇ, ਕਰਮ ਇੰਦਰੀ ਵੀ ਆਪਣੇ ਪੰਜ ਨੇ, ਹੱਥ ਨੇ, ਪੈਰ ਨੇ, ਮੂੰਹ ਹੈ ਖਾਣ ਵਾਲਾ, ਤੇ ਦੋ ਜਿਹੜੇ ਗੁਪਤ ਨੇ ਜਿਹਦੇ ਨਾਲ ਯੂਰੀਨ ਜਾਂ ਪਾਸ ਮੋਸ਼ਨ ਹੁੰਦਾ ਹੈ। ਸੋ ਇਹ ਪੰਜ ਜਿਹੜੇ ਹਨ ਗਿਆਨ ਜਾਂ ਕਰਮ ਇੰਦਰੀ ਹੋ ਗਏ। ਕਹਿੰਦੇ ਦੇਖੋ ਜਿਵੇਂ ਹੱਥ ਹੈ ਨਾ, ਹੱਥ ਜਿਹੜੇ ਵਰਤੇ ਜਾਂਦੇ ਨੇ ਵੀ ਕਿਰਤ ਕਰਨ ਵਾਸਤੇ। ਸੋ ਕਿਰਤ ਕਰਨ ਵਾਸਤੇ 10 ਨੋਹਾਂ ਦੀ ਕਿਰਤ ਕਰਨੀ ਹੈ, ਹੱਕ ਹਲਾਲ ਦੀ ਕਮਾਈ ਕਮਾਉਣੀ ਹੈ, ਇਹ ਹੱਥਾਂ ਨਾਲ ਕੰਮ ਕਰਨਾ ਹੈ, ਸੇਵਾ ਕਰਨੀ ਹੈ। ਪੈਰੀ ਚੱਲਣ ਜੋਤ ਅਵੇਹੀ। ਫੇਰ ਜਿਹੜਾ ਹਨ ਪੈਰਾਂ ਦੇ ਨਾਲ ਚੱਲਣਾ ਹੈ, ਚੱਲ ਕਰਕੇ ਕਹਿੰਦੇ ਦੇਖੋ ਉਹ ਪਰਮਾਤਮਾ ਦੇ ਵੱਲ, ਗੁਰਦੁਆਰੇ ਵੱਲ ਤੇ ਗੁਰੂ ਘਰ ਵੱਲ ਚੱਲ ਕੇ ਜਾਣਾ ਹੈ, ਤੇ ਚੱਲ ਕੇ ਆਪਣੇ ਕੰਮ ਕਾਰਜ ਵੀ ਕਰਨੇ ਹਨ। ਸੋ ਪੈਰੀ ਚੱਲਣ ਜੋਤ ਅਵੇਹੀ, ਕਹਿੰਦੇ ਕਿ ਚੱਲਣ ਵਿੱਚ ਵੀ ਉਹੀ ਸ਼ਕਤੀ ਜੋ ਆਪਣੀ ਸ਼ਕਤੀ ਦੇ ਕੇ ਜਿਹੜਾ ਹਨ ਵੱਖਰੇ ਵੱਖਰੇ ਕੰਮ ਕਰਦੀ ਹੈ। ਦੇਖੋ ਇਹੀ ਪੈਰ ਨੇ, ਇਹੀ ਲੱਤਾਂ ਨੇ, ਬੰਦਾ ਤੁਰ ਵੀ ਸਕਦਾ ਹੈ, ਭੱਜ ਵੀ ਸਕਦਾ ਹੈ, ਛਾਲ ਵੀ ਮਾਰ ਸਕਦਾ ਹੈ। ਤੋ ਜੇ ਕਿਸੇ ਦੇ ਜਿਹੜਾ ਹਨ ਫਿਰ ਲੱਤ ਚੁੱਕ ਕੇ ਕਿਸੇ ਦੇ ਮਾਰ ਵੀ ਸਕਦਾ ਹੈ। ਦੇਖੋ ਇੱਕ ਚੀਜ਼ ਨੇ ਕਿੰਨੇ ਹੀ ਫੰਕਸ਼ਨ ਕਰ ਦਿੱਤੇ। ਇਹੀ ਲੱਤਾਂ ਦੇ ਆਸਰੇ ਤੇ ਪੈਰਾਂ ਦੇ ਆਸਰੇ ਲੋਕੀ ਸਵੀਮਿੰਗ ਵੀ ਕਰ ਲੈਂਦੇ ਨੇ, ਤਰਦੇ ਵੀ ਨੇ। ਸੋ ਇਹ ਜਿਹੜੇ ਪੈਰ ਨੇ, ਇਹ ਲੱਤਾਂ ਜਿਹੜੀਆਂ ਨੇ, ਇਹਨਾਂ ਦਾ ਜਿਹੜਾ ਹੈ ਸਭ ਜਿਹੜਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਜੋਤ ਅਵੇਹੀ। ਕਹਿਣਗੇ ਇਹਨਾਂ ਵਿੱਚ ਉਹੀ ਜੋਤ ਹੈ ਜੋ ਗਿਆਨ ਇੰਦਰੀਆਂ ਨੂੰ ਜਿਹੜਾ ਹਨ ਲਾਈਫ ਦਿੰਦੀ ਹੈ, ਉਹ ਕਰਮ ਇੰਦਰੀਆਂ ਨੂੰ ਵੀ ਲਾਈਫ ਦਿੰਦੀ ਹੈ। ਗੁਰਮੁਖ ਜਨਮ ਸਕਾਰਥਾ। ਹੁਣ ਦੇਖੋ ਇਹ ਦੇਹੀ ਦਾ ਜਿਹੜਾ ਹੈ ਸਾਰੀ ਗੱਲ ਇਹ ਮਨੁੱਖ ਦੇਹੀ ਦੀ ਸਮਝਾ ਦਿੱਤੀ ਭਾਈ ਗੁਰਦਾਸ ਨੇ ਵੀ ਇਹ ਦੇਹੀ ਜਿਹੜੀ ਕਿੰਨੀ ਇੰਟੈਲੀਜੈਂਟ ਹੈ। ਇਹ ਜਿਹੜੀ ਹਨ ਇਹਦੇ ਵਿੱਚ ਆਪਣੇ ਆਪ ਸੈਲਫ ਡਾਇਗਨੋਸਟਿਕ ਵੀ ਹੁੰਦਾ ਹੈ, ਸੈਲਫ ਹੀਲਿੰਗ ਵੀ ਇਹਦੇ ਵਿੱਚ ਹੁੰਦਾ ਹੈ। ਇਹ ਸਭ ਕੁਝ ਇੱਕ ਆਪਣੇ ਆਪ ਵਿੱਚ ਕਰਨ ਵਾਲੀ ਹੈ। ਜਦੋਂ ਕੁਝ ਜਿਹੜੀ ਚੀਜ਼ ਨੂੰ ਜਿਹੜਾ ਹਨ ਜੇ ਕਿਤੇ ਕੋਈ ਬਿਮਾਰੀ ਹੋਵੇ, ਸਰੀਰ ਉਹਨੂੰ ਜਿਹੜਾ ਹਨ ਠੀਕ ਕਰਨ ਵਾਸਤੇ ਆਪਣੇ ਆਪ ਹੀ ਆਪਣਾ ਜਿਹੜਾ ਹੈ ਸਿਸਟਮ ਬਦਲ ਲੈਂਦਾ ਹੈ। ਸੋ ਇਸ ਪ੍ਰਕਾਰ ਜਿਹੜਾ ਹੈ ਦੇਖੋ ਇਹ ਦੇਹੀ ਜਿਹੜੀ ਬੜੀ ਇੰਟੈਲੀਜੈਂਟ ਆਪਣੇ ਆਪ ਦੇ ਵਿੱਚ ਹੀ ਇੱਕ ਬ੍ਰਹਿਮੰਡ ਹੈ। ਭਾਈ ਗੁਰਦਾਸ ਨੇ ਇੱਕ ਗੱਲ ਹੁਣ ਆਪਾਂ ਨੂੰ ਸਮਝਾਈ, ਕਹਿੰਦੇ ਦੇਖੋ ਤੇਰੇ ਕਰਮਾਂ ਕਰਕੇ ਤੈਨੂੰ ਇਹ ਦੇਹੀ ਮਿਲ ਗਈ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਦੀ ਗੱਲ ਹੈ। ਕਹਿੰਦੇ ਕਰਮਾਂ ਕਰਕੇ ਤੈਨੂੰ ਇਹ ਦੇਹੀ ਮਿਲ ਗਈ, ਤੇਰੇ ਚੰਗੇ ਕਰਮ ਸਨ, ਚੰਗੇ ਪੁੰਨ ਦਾਨ ਤੂੰ ਕੀਤੇ ਹੋਏ, ਜਿਹਦੇ ਕਰਕੇ ਇਹ ਜਿਹੜਾ ਹਨ ਇਹ ਲਾਈਫ ਦੇ ਵਿੱਚ ਤੈਨੂੰ ਇਹ ਦੇਹੀ ਮਨੁੱਖਾ ਦੇ ਮਿਲ ਗਈ। ਪਰ ਕਹਿੰਦੇ ਗੱਲ ਕੀ ਹੈ, ਗੁਰਮੁਖ ਜਨਮ ਸਖਾਰਤਾ। ਪਰ ਜੇ ਕਿਤੇ ਆਪਣਾ ਜਿਹੜਾ ਹਨ ਆਪਾਂ ਆਪਣਾ ਜੀਵਨ ਗੁਰੂ ਦੇ ਆਧਾਰ ਤੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਇਹਨੂੰ ਬਤੀਤ ਕਰੀਏ, ਗੁਰੂ ਦੇ ਬਚਨਾਂ ਨੂੰ ਮੰਨੀਏ, ਗੁਰੂ ਦੇ ਕਹੇ ਹੋਏ ਉਪਦੇਸ਼ ਨੂੰ ਕਮਾਈਏ, ਤਾਂ ਫਿਰ ਕਹਿੰਦੇ ਗੁਰਮੁਖ ਉਹ ਗੁਰਮੁਖ ਹੁੰਦੇ ਨੇ, ਜਿਹਦਾ ਮੁਖ ਗੁਰੂ ਵੱਲ ਹੁੰਦਾ ਹੈ। ਕਹਿੰਦੇ ਉਹਨਾਂ ਦਾ ਜਨਮ ਸੁਖਾਰਤਾ। ਗੱਲ ਤਾਂ ਇਹ ਹੈ ਦੇਹੀ ਤਾਂ ਮਿਲ ਗਈ, ਅੱਖਾਂ ਦੇਖ ਸਕਦੀਆਂ, ਨੱਕ ਜਿਹੜਾ ਹਨ ਸੁੰਘ ਸਕਦਾ, ਕੰਨ ਜਿਹੜਾ ਸੁਣ ਸਕਦਾ, ਇਹ ਸਾਰੀ ਦੇਹੀ ਤਾਂ ਠੀਕ ਹੈ, ਪਰ ਕਹਿੰਦੇ ਇਹਨੂੰ ਸਫਲ ਕਰਨਾ ਹੈ, ਇਹਨੂੰ ਚੰਗੇ ਪਾਸੇ ਲਾਉਣਾ ਹੈ ਕਿ ਇਹ ਸਹਾਇਤਾ ਕਰੇ ਆਪਾਂ ਨੂੰ ਆਪਣੇ ਵਿਛੜੇ ਹੋਏ ਜੀਵ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ। ਮਨਮੁਖ ਮੂਰਖ ਮਤ ਕਨੇਹੀ। ਦੇਖੋ ਜਿਹੜੇ ਦੂਸਰੇ ਪਾਸੇ ਹੁੰਦੇ ਨੇ ਜੋ ਦੇਹੀ ਨੂੰ ਸਿਰਫ ਇੰਜੋਇਮੈਂਟ ਵਿੱਚ ਲਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਵਿੱਚ ਲਾਉਂਦੇ ਨੇ, ਉਹਨਾਂ ਦਾ ਜੀਵਨ ਕੀ ਹੁੰਦਾ, ਉਹ ਮਨਮੁਖ ਨੇ। ਉਹ ਆਪਣੇ ਜਿਹੜੇ ਹਨ ਮਨ ਦੇ ਪਿੱਛੇ ਲੱਗ ਕੇ ਆਪਣੇ ਜਿਹੜਾ ਹਨ ਅੱਖਾਂ ਨੂੰ ਜਿਹੜਾ ਹਨ ਹੋਰੇ ਸਵਾਦਾਂ ਦੇ ਵਿੱਚ, ਵਿਸ਼ੇ ਵਿਕਾਰਾਂ ਨੂੰ ਭੋਗਣ ਵਿੱਚ ਲਾਉਂਦੇ ਨੇ, ਕੰਨਾਂ ਨੂੰ ਨਿੰਦਿਆ ਸੁਣਨ ਵਿੱਚ ਲਾਉਂਦੇ ਨੇ, ਤੇ ਜਿਹੜਾ ਨੱਕ ਨੂੰ ਗੰਦੀ ਬਦਬੂ ਸੁੰਘਣ ਵਿੱਚ ਲਾ ਦਿੰਦੇ ਨੇ, ਜਿਹੜਾ ਹਨ ਜੀਭ ਦੇ ਨਾਲ
ਭੈੜੇ ਭੈੜੇ ਰਸ ਨਸ਼ੇ ਜਿਹੜੇ ਹਨ ਉਹ ਪੀਂਦੇ ਨੇ, ਸਿਗਰਟਾਂ ਪੀਂਦੇ ਨੇ, ਤੇ ਇਹ ਫਿਰ ਝੂਠ ਬੋਲਦੇ ਨੇ, ਆਪਣੇ ਜੀਭਾਂ ਦੇ ਨਾਲ ਲੋਕਾਂ ਨਾਲ ਧੋਖਾ ਕਰਦੇ ਨੇ। ਕਹਿੰਦੇ ਉਹ ਮਨਮੁਖ ਨੇ, ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਮਾਇਆ ਨੂੰ ਕਮਾਉਣ ਵਾਸਤੇ ਵੱਡੇ ਤੋਂ ਵੱਡਾ ਵੀ ਪਾਪ ਕਰਦੇ ਹਨ। ਇਸ ਕਰਕੇ ਮਨਮੁਖ ਮੂਰਖ ਹਨ, ਉਹ ਮੂਰਖ ਨੇ। ਉਹਨਾਂ ਨੇ ਆਪਣੇ ਜਿਹੜਾ ਹਨ ਇਹ ਸਰੀਰ ਦਾ ਜਿਹੜਾ ਹੈ ਠੀਕ ਵੈਲਿਊ ਸਮਝਿਆ ਨਹੀਂ ਵੀ ਇਹ ਜਿਹੜਾ ਹਨ ਇਹ ਸਰੀਰ ਦਾ ਵੈਲਿਊ ਕੀ ਹੈ, ਇਹਦੇ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਸੀ, ਤੈਨੂੰ ਛੁਟਕਾਰਾ ਮਿਲਣਾ, ਨਾ ਕਿ ਤੂੰ ਹੋਰ ਫਸਣਾ ਸੀ ਅੰਦਰ। ਸੋ ਇਹ ਕਰਕੇ ਮਤ ਕਨੇਹੀ, ਉਹਨਾਂ ਦੀ ਮਤ ਜਿਹੜੀ ਹੈ ਬੁਰੇ ਕੰਮਾਂ ਵਿੱਚ ਲੱਗ ਕਰਕੇ ਉਹ ਜਿਹੜੇ ਹਨ ਕਰਮ ਨੂੰ ਫਿਰ ਜਿਹੜਾ ਹਨ ਭੈੜੇ ਕਰਮਾਂ ਕਰਨ ਕਰਕੇ ਕੀ ਹੁੰਦਾ, ਕਨੇਹੀ ਕਹਿੰਦੇ ਕਨੇਹੀ ਹੋ ਜਾਂਦੇ ਨੇ। ਸੋ ਉਹ ਜਿਹੜਾ ਕਨੇਹੀ ਹੈ ਉਹ ਭੈੜੀ, ਉਹ ਜਿਹੜਾ ਹਨ ਇਹ ਸਰੀਰ ਜਿਹੜਾ ਜਿਹਨੇ ਸੁੱਖ ਦੇਣਾ ਇਹ ਦੁੱਖ ਦਾ ਕਾਰਨ ਬਣ ਜਾਂਦਾ ਹੈ। ਕਰਤਾ ਪੁਰਖ ਵਿਸਾਰ ਕੇ, ਦੇਖੋ ਉਹ ਪਰਮਾਤਮਾ ਕਰਤਾ ਪੁਰਖ ਨੂੰ ਵਿਸਾਰ ਕੇ ਭੁਲਾ ਕੇ ਵਾਹਿਗੁਰੂ ਨੂੰ ਮਾਨਸ ਦੀ ਮਨ ਆਸ ਧਰੇਹੀ। ਦੇਖੋ ਬੰਦਾ ਸਭ ਤੋਂ ਵੱਡੀ ਗਲਤੀ ਕੀ ਕਰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ the biggest mistake that a person can do in his life ਕੀ ਹੈ, ਕਹਿੰਦੇ ਇਹ ਹੈ ਮਾਨਸ ਦੀ ਮਨ ਆਸ ਧਰੇਹੀ। ਮਨ ਜਿਹੜਾ ਹੈ ਨਾ ਦੂਜੇ ਮਨੁੱਖ ਦੀ ਆਸ ਵਿੱਚ ਬੈਠਾ ਰਹਿੰਦਾ ਹੈ, ਉਹ ਦੂਜੇ ਮਨੁੱਖ ਦੀ ਆਸ ਕਰਦਾ ਹੈ। ਕੋਈ ਜਿਹੜਾ ਹੈ ਕੋਈ ਮਿਨਿਸਟਰ ਦੀ ਆਸ ਕਰਦਾ ਹੈ, ਕੋਈ ਆਪਣੇ ਦੋਸਤ ਮਿੱਤਰ ਦੀ ਆਸ ਕਰਦਾ ਹੈ, ਕੋਈ ਆਪਣੇ ਧੀਆਂ ਪੁੱਤਰਾਂ ਦੀ ਆਸ ਰੱਖੀ ਬੈਠਾ ਹੈ, ਕੋਈ ਮਾਇਆ ਤੇ ਆਸ ਰੱਖੀ ਬੈਠਾ ਹੈ ਵੀ ਮੈਨੂੰ ਇਹ ਕਰਨਗੇ ਜੀ, ਮੈਨੂੰ ਇਹਨਾਂ ਤੋਂ ਇਹ ਮਿਲਣਾ ਜੀ। ਵੇ ਕਈ ਫਿਰ ਰਾਜਿਆਂ ਤੇ ਆਪਣੀ ਆਸ ਰੱਖੀ ਬੈਠੇ ਨੇ, ਇਹ ਰਾਜਾ ਮੈਨੂੰ ਇਹ ਦੇਏਗਾ, ਗਵਰਨਮੈਂਟ ਦੇ ਆਸ ਰੱਖਦੇ ਨੇ ਵੀ ਮੈਨੂੰ ਗਵਰਨਮੈਂਟ ਇਹ ਦੇਏਗੀ, ਮੈਨੂੰ ਉਹ ਦੇਏਗੀ। ਸੋ ਇਹ ਆਸਾਂ ਜਿਹੜੀਆਂ ਨੇ ਇਹ ਝੂਠੀਆਂ ਨੇ। ਕਹਿੰਦੇ ਬੰਦਾ ਜਿਹੜਾ ਹੈ ਸਭ ਤੋਂ ਵੱਡੀ ਗਲਤੀ ਕਰਦਾ ਹੈ ਜਿਹੜਾ ਦੂਜੇ ਮਨੁੱਖ ਤੇ ਭਰੋਸਾ ਕਰਦਾ ਹੈ, ਦੂਜੇ ਮਨੁੱਖ ਤੇ ਆਸ ਰੱਖ ਕੇ ਬਹਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਪਰਮਾਤਮਾ ਤੇ ਹੀ ਆਸ ਹੋਵੇ, ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਹੀ ਆਸ ਹੋਵੇ, ਮਨੁੱਖ ਦੀ ਆਸ ਨਹੀਂ ਕਰਨੀ ਚਾਹੀਦੀ। ਕਿਉਂਕਿ ਮਨੁੱਖ ਤਾਂ ਆਪ ਵੀ ਵਿਚਾਰੇ ਜਿਹੜੇ ਹਨ ਉਹ ਆਪ ਵੀ ਵਿਚਾਰੇ ਮਨੁੱਖ ਹਨ, ਉਹ ਤਾਂ ਆਪ ਵੀ ਜਿਹੜੇ ਹਨ ਬੰਨੇ ਹੋਏ ਆਪਣੇ ਕਰਮਾਂ ਦੇ ਆਏ ਹਨ। ਉਹਨਾਂ ਨੇ ਤੁਹਾਡਾ ਕੀ ਸਵਾਰ ਦੇਣਾ ਹੈ, ਉਹਨਾਂ ਤੇ ਆਸ ਨਹੀਂ ਰੱਖਣੀ ਚਾਹੀਦੀ। ਆਸ ਹੋਣੀ ਚਾਹੀਦੀ ਆ ਪਰਮਾਤਮਾ ਤੇ, ਗੁਰੂ ਨਾਨਕ ਸਾਹਿਬ ਤੇ, ਹੋਰ ਕਿਤੇ ਨਹੀਂ ਆਸ ਰੱਖਣੀ ਚਾਹੀਦੀ। ਇਹ ਸਭ ਤੋਂ ਵੱਡੀ ਗਲਤੀ ਹੈ ਜਿਹੜਾ ਇੱਕ ਮਨੁੱਖ ਜਿਹੜਾ ਆਪਣੀ ਜ਼ਿੰਦਗੀ ਵਿੱਚ ਕਰਦਾ, ਜਿਹੜਾ ਦੂਜੇ ਮਨੁੱਖ ਤੇ ਆਸ ਰੱਖਦਾ ਹੈ। ਆਸ ਪਰਮੇਸ਼ਰ ਤੇ ਰੱਖਣੀ ਚਾਹੀਦੀ ਹੈ। ਪਸ਼ੂ ਪ੍ਰੇਤਹੁ ਬੁਰੀ ਬੁਰੇਹੀ। ਦੇਖੋ ਪਸ਼ੂ ਪ੍ਰੇਤਹੁ ਕਹਿਣ ਲਗੇ ਇਹ ਜਿਹੜੀ ਦੇਹੀ ਹੈ ਇਹ ਪਸ਼ੂ ਪ੍ਰੇਤ, ਪਸ਼ੂਆਂ ਤੋਂ ਪ੍ਰੇਤ ਜਿਹੜੇ ਭੂਤ ਹਨ, ਕਹਿੰਦੇ ਬੁਰੀ ਬੁਰੇਹੀ ਕਹਿਣ ਲਗੇ ਇਹ ਫਿਰ ਜਿਹੜੀ ਹੈ ਜੇ ਇਹ ਦੇਹੀ ਜਿਹੜੀ ਹੈ ਸਤਿਗੁਰ ਜਿਹੜਾ ਨਾਮ ਨਾ ਜਪੇ, ਪਰਮੇਸ਼ਰ ਦੇ ਸਿਮਰਨ ਨੂੰ ਨਾ ਕਰੇ, ਤਾਂ ਕਹਿੰਦੇ ਇਹ ਦੇਹੀ ਜਿਹੜੀ ਆ ਨਾ ਪਸ਼ੂਆਂ ਨਾਲੋਂ ਵੀ ਭੈੜੀ ਹੈ, ਇਹ ਪ੍ਰੇਤਾਂ ਦੀ ਜੂਨ ਨਾਲੋਂ ਵੀ ਭੈੜੀ ਹੋ ਜਾਂਦੀ ਹੈ। ਬੁਰੀ ਬੁਰੇਹੀ ਇਹ ਬੁਰਿਆਂ ਤੋਂ ਵੀ ਬੁਰੀ ਹੋ ਜਾਂਦੀ ਹੈ। ਇਹ ਫਿਰ ਇਹ ਦੇਹੀ ਦਾ ਕੋਈ ਜਿਹੜਾ ਹੈ ਇਹ ਦੁੱਖ ਦਾ ਕਾਰਨ ਬਣ ਕੇ ਬੰਦੇ ਨੂੰ ਫਿਰ ਦੁਖੀ ਕਰਦੀ ਹੈ। ਦੇਖੋ ਨਾ ਜੇ ਬੰਦੇ ਦਾ ਕੁਝ ਦੁਖਦਾ ਹੋਵੇ ਸਰੀਰ ਦਾ, ਉਹਦੀ ਦੇਹੀ ਕਰਕੇ ਹੀ ਹੈ ਨਾ। ਜੋ ਤੱਕ ਸਰੀਰ ਰਹਿੰਦਾ ਉਹ ਦੁੱਖ ਰਹਿੰਦਾ ਹੈ, ਕਿਉਂਕਿ ਦੇਹੀ ਦੇ ਦੁੱਖ ਨੂੰ ਮਨ ਨੇ ਆਪਣਾ ਮੰਨ ਲਿਆ। ਜਦੋਂ ਵੀ ਆਪਣੇ ਸਰੀਰ ਦਾ ਦੁੱਖ ਨੂੰ ਆਪਾਂ ਆਪਣਾ ਮੰਨਾਂਗੇ ਤਾਂ ਉਦੋਂ ਆਪਾਂ ਨੂੰ ਦੁੱਖ ਹੋਵੇਗਾ। ਜੇ ਆਪਣੀ ਬ੍ਰਿਤੀ ਚੁੱਕ ਕੇ ਤੁਸੀਂ ਸਿਮਰਨ ਵਿੱਚ ਲਾ ਲਓ ਤਾਂ ਉਸ ਵੇਲੇ ਇਹ ਦੇਹੀ ਦਾ ਦੁੱਖ ਤੁਹਾਨੂੰ ਦੁੱਖ ਨਹੀਂ ਲੱਗੇਗਾ। ਉਹ ਦੇਹੀ ਦਾ ਦੁੱਖ ਚੁੱਕਿਆ ਜਾਂਦਾ ਹੈ, ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਆਪਣੀ ਮੰਨਦੇ ਹੋ ਨਾ ਉਹ ਚੀਜ਼ ਤੋਂ ਹੀ ਦੁੱਖ ਆਉਣਾ ਹੈ। ਜੇ ਚੀਜ਼ ਨੂੰ ਤੁਸੀਂ ਆਪਣੀ ਨਾ ਮੰਨੋ ਉਹਦੇ 'ਚ ਕੋਈ ਦੁੱਖ ਨਹੀਂ ਹੈਗਾ, ਕਿਉਂਕਿ ਉਹ ਤੁਹਾਡੀ ਨਹੀਂ ਹੈ। ਜਿਹਨੂੰ ਆਪਣਾ ਮੰਨਿਆ ਦੁੱਖ ਤਾਂ ਉੱਥੇ ਹੀ ਹੋਣਾ ਹੈ। ਇਸ ਕਰਕੇ ਕਹਿੰਦੇ ਨੇ ਇਹ ਪਸ਼ੂ ਪ੍ਰੇਤ ਹੈ ਬੁਰੀ ਬੁਰੇਹੀ। ਇਹ ਦੇਹੀ ਜਿਹੜੀ ਹੈ ਬੁਰੀ ਤੋਂ ਬੁਰੀ ਵੀ ਹੋ ਸਕਦੀ ਹੈ, ਪਰ ਦੂਸਰੇ ਪਾਸੇ ਜਿਹੜੇ ਹਾਂ ਭਈ ਪ੍ਰਾਪਤ ਮਾਨੁਖ ਦੇਹ ਬਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਤਾਂ ਮਿਲਣ ਦੀ ਵਾਰੀ ਸੀ ਪਰਮਾਤਮਾ ਨੂੰ। ਇਹ ਦੇਹੀ ਜਿਹੜੀ ਮਿਲੀ ਹੈ, ਕਹਿੰਦੇ ਇਹ ਦੇਹੀ ਜਿਹੜੀ ਹੈ ਹਰ ਕਿਸੇ ਨੂੰ ਨਹੀਂ ਮਿਲਦੀ, ਬੜੇ ਪੁੰਨ ਕਰਕੇ ਮਿਲਦੀ ਹੈ। ਬੜੇ ਜਿਹੜੇ ਵੱਡੇ ਵੱਡੇ ਜਿਹੜਾ ਹਨ ਪੁੰਨ ਕਰਮ ਕੀਤੇ ਹੁਣ ਤਾਂ ਮਿਲਦੀ ਹੈ ਕਿਤੇ, ਇਹ ਕੋਈ ਫ੍ਰੀ ਨਹੀਂ ਮਿਲਦੀ, ਸੌਖੀ ਨਹੀਂ ਮਿਲਦੀ। ਇਹ ਦੇਹੀ ਨੂੰ ਜਿਹੜਾ ਦੇਵਤੇ ਵੀ ਲੋਚਦੇ ਆ ਨਾ, ਦੇਖੋ ਇਹ ਦੇਹੀ ਤੁਹਾਨੂੰ ਮਿਲੀ ਹੈ ਆਪਾਂ ਨੂੰ। ਸੋ ਇਹਨੂੰ ਸਫਲ ਕਰਨਾ ਸਿਰਫ ਇੱਕੋ ਤਰੀਕਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਰਸਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਰਹਿਤ ਨੂੰ ਅਪਣਾ ਕੇ ਆਪਣਾ ਜੀਵਨ ਬਤੀਤ ਕਰੋ, ਤਾਂ ਇਹ ਸਫਲ ਹੋਣੀ ਹੈ। ਨਹੀਂ ਤਾਂ ਇਹ ਦੁੱਖਾਂ ਦਾ ਕਾਰਨ ਬਣ ਕੇ ਆਪਾਂ ਨੂੰ ਦੁਖੀ ਕਰਕੇ ਰੱਖੇਗੀ। ਕਰਤਾ ਪੁਰਖ ਵਿਸਾਰ ਕੈ ਮਾਨਸ ਦੀ ਮਨ ਆਸ ਧਰੇਹੀ। ਪਸ਼ੂ ਪ੍ਰੇਤਹੁ ਬੁਰੀ ਬੁਰੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ